ਪਹਿਲਾਂ ਮੇਰੇ ਮੰਮੀ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਆਪਣੇ ਡੈਡੀ ਦਾ ਸਹਾਰਾ ਬਣਨ ਲਈ ਮੈਂ ਖੇਤੀ ਅਪਣਾਈ ਤੇ ਹੁਣ ਉਹਨਾਂ ਨਾਲ ਹਰ ਇੱਕ ਕੰਮ ਕਰਾਉਂਦੇ ਹਾਂ ਖੇਤੀ ਦਾ, ਘਰ ਦਾ ਵੀ ਤੇ ਪੜ੍ਹਾਈ ਵੀ ਨਾਲ ਨਾਲ ਚੱਲ ਰਹੀ ਹੈ। ਤੇ ਤੁਹਾਡੀ ਮਦਰ ਦੀ ਡੈਥ ਕਿਹੜੇ ਸਾਲ ਦੇ ਵਿੱਚ ਹੋਈ ਸੀ? ਤੁਸੀਂ ਕਿੱਡੇ ਕੁ ਸੀਗੇ ਉਦੋਂ? ਮੈਂ ਉਦੋਂ ਬਹੁਤ ਛੋਟੀ ਸੀ, ਮੈਂ ਉਦੋਂ ਸੈਕਿੰਡ ਕਲਾਸ ਦੇ ਵਿੱਚ ਹੀ ਸੀ। 3-4 ਸਾਲ ਹੋ ਗਏ ਜੀ ਮੈਨੂੰ ਖੇਤੀ ਕਰਦੀ ਨੂੰ। ਤੇ ਪਹਿਲਾਂ ਜਦੋਂ ਪੱਠੇ ਵੱਢਣ ਜਾਂਦੇ ਹੁੰਦੇ ਸੀ ਖੇਤ, ਉਦੋਂ ਮੈਂ ਨਾਲ ਜਾਂਦੀ ਹੁੰਦੀ ਸੀ। ਤੁਸੀਂ ਟਰੈਕਟਰ ਚਲਾਉਣ ਲੱਗ ਗਏ, ਕੰਬਾਈਨ ਚਲਾਉਣ ਲੱਗ ਗਏ, ਬਹੁਤ ਔਖਾ ਕੰਮ ਹੈ ਵੈਸੇ। ਐਡਾ ਕੰਮ ਤੁਸੀਂ ਕਿਵੇਂ ਕਰ ਰਹੇ ਹੋ? ਡਰ ਨਹੀਂ ਲੱਗਦਾ? ਨਹੀਂ, ਪਹਿਲਾਂ ਕੇਰਾਂ ਸ਼ੁਰੂ ਜਿਹੇ 'ਚ ਲੱਗਦਾ ਸੀ, ਪਰ ਮੇਰੇ ਸਾਰੇ ਪਰਿਵਾਰ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ। ਮੈਂ ਖੇਤੀ ਦੇ ਕੰਮ ਜਿਵੇਂ ਬੀਜਣਾ, ਵਾਹੁਣਾ, ਸਪਰੇਅ ਕਰਨਾ, ਖਾਦ ਪਾਉਣਾ, ਐਵੇਂ ਦੇ ਸਾਰੇ ਕੰਮ ਨਾਲ ਕਰਵਾਉਂਦੀ ਹਾਂ, ਪੱਠੇ ਵੱਢਣਾ। ਮੇਰੇ ਡੈਡੀ ਮਤਲਬ ਕਿ ਇਕੱਲੇ ਸੀਗੇ, ਉਹਨਾਂ ਦੇ ਸਹਾਰੇ ਲਈ ਇਹ ਖੇਤੀ ਅਪਣਾਉਣੀ ਪਈ। ਮੁੰਡੇ ਅੱਜ ਕੱਲ੍ਹ ਦੇ ਜਿਹੜੇ ਵਿਹਲੇ ਤੁਰੇ ਫਿਰਦੇ ਨੇ, ਉਹ ਐਵੇਂ ਸੋਚਦੇ ਆ ਕਿ ਪਤਾ ਨਹੀਂ ਰੱਬ ਸਾਨੂੰ ਛੱਪੜ ਪਾਟ ਕੇ ਦੇ ਦੂਗਾ, ਲੱਖਾਂ ਰੁਪਏ ਦੇ ਦੂਗਾ। ਮਤਲਬ ਕਿ ਅੱਜ ਕੱਲ੍ਹ ਦੇ ਜਿਹੜੇ ਹੈਗੇ ਨੇ ਉਹ ਵੱਡੀਆਂ ਲਿਮਟਾਂ ਚੱਕ ਕੇ ਵੱਡੀਆਂ ਗੱਡੀਆਂ ਲੈਂਦੇ ਨੇ, ਕੋਠੀਆਂ ਪਾਉਂਦੇ ਨੇ ਤੇ ਵੱਡੇ ਟਰੈਕਟਰ ਲਿਆਉਂਦੇ ਨੇ। ਜੇ ਉਹ ਮਤਲਬ ਕਿ ਵੱਡਾ ਟਰੈਕਟਰ ਹੀ ਨਾ ਲੈਂਦੇ, ਕੋਠੀ ਨਾ ਲੈਂਦੇ, ਜਾਂ ਜਿੰਨਾ ਉਹਨਾਂ ਕੋਲ ਹੈਗਾ ਸੀ ਉਨੇ ਕੁ ਨਾਲ ਹੀ ਕੰਮ ਚਲਾਉਂਦੇ, ਤਾਂ ਉਹਨਾਂ ਦੇ ਸਿਰ ਕਰਜ਼ਾ ਚੜ੍ਹਨਾ ਹੀ ਨਹੀਂ ਸੀਗਾ। ਇਹ ਮੇਰੀ ਲੜਕੀ ਰਾਜਦੀਪ ਕੌਰ ਜੀ, ਇਹ ਸਾਨੂੰ ਕੰਮ ਕਰਦਿਆਂ ਨੂੰ ਦੇਖ ਕੇ ਜੀ ਤੇ ਸਾਡੇ ਨਾਲ ਹੌਲੀ ਹੌਲੀ ਖੇਤਾਂ ਦੇ ਕੰਮ ਕਰਨ ਨੂੰ ਸ਼ੌਂਕ ਜਾਗਿਆ ਜੀ। ਜਦੋਂ ਤਾਂ ਮੁੰਡਾ ਜੰਮਦਾ ਆਪਾਂ ਬਹੁਤ ਖੁਸ਼ੀਆਂ ਮਨਾਉਂਦੇ ਹਾਂ ਜੀ, ਬਹੁਤ ਆਪਾਂ ਜ਼ਿਆਦਾ ਵੱਡੇ ਪੱਧਰ ਤੱਕ ਉਹ ਕਰਦੇ ਜੀ। ਤੇ ਕੁੜੀ ਜੰਮਣ ਤੇ ਕੋਈ ਨਿੰਮ ਬੰਨ੍ਹਣ ਤੱਕ ਦੀ ਰਸਮ ਵੀ ਨਹੀਂ ਕੋਈ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਕੋਲੀਆ। ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲ ਕਲਾਂ 'ਚ ਪਹੁੰਚੇ ਹਾਂ। ਇੱਥੇ ਵਿਸ਼ੇਸ਼ ਤੌਰ ਤੇ ਤੁਹਾਡੀ ਇੱਕ ਲੜਕੀ ਦੇ ਨਾਲ ਗੱਲਬਾਤ ਕਰਵਾਉਣ ਜਾ ਰਹੇ ਹਾਂ। ਗੱਲ ਲੜਕੀ ਦੀ ਚੱਲੀ ਹੈ। ਧੀਆਂ ਨੂੰ ਬਹੁਤੇ ਮਾਪਿਆਂ ਵੱਲੋਂ ਬੋਝ ਸਮਝਿਆ ਜਾਂਦਾ। ਜਦੋਂ ਘਰ ਧੀ ਜੰਮਦੀ ਆ ਤਾਂ ਬਹੁਤੇ ਘਰਾਂ 'ਚ ਖੁਸ਼ੀ ਨਹੀਂ ਮਨਾਈ ਜਾਂਦੀ ਜਿੰਨੀ ਪੁੱਤਰ ਜੰਮਣ 'ਤੇ ਖੁਸ਼ੀ ਮਨਾਈ ਜਾਂਦੀ ਆ। ਪੁੱਤਰ ਜੰਮਣ 'ਤੇ ਘਰਾਂ 'ਚ ਸਰੀਂ ਬੰਨੇ ਜਾਂਦੇ ਆ, 13ਵਾਂ ਮਨਾਇਆ ਜਾਂਦਾ, ਬੜੇ ਖੁਸ਼ੀ ਦਾ ਮਾਹੌਲ ਹੁੰਦਾ। ਪਰ ਜਦੋਂ ਧੀ ਜੰਮਦੀ ਆ ਤਾਂ ਮਾਪੇ ਗੁੜ ਵੀ ਨਹੀਂ ਵੰਡਦੇ। ਧੀਆਂ ਪੁੱਤਾਂ ਨਾਲੋਂ ਘੱਟ ਨਹੀਂ। ਸਾਡਾ ਸਮਾਜ ਵੀ ਇਸ ਤਰ੍ਹਾਂ ਦਾ ਸੋਚ ਲੈ ਕੇ ਬੈਠ ਗਿਆ। ਧੀਆਂ ਪ੍ਰਤੀ, ਬੱਚੀਆਂ ਪ੍ਰਤੀ, ਔਰਤਾਂ ਪ੍ਰਤੀ ਮਾੜੀ ਸੋਚ ਰੱਖਦਾ ਹੈ। ਧੀਆਂ ਨਾਲ ਬਲਾਤਕਾਰ ਹੋ ਰਹੇ ਨੇ, ਧੀਆਂ ਦੇ ਨਾਲ ਅਤਿਆਚਾਰ ਹੋ ਰਿਹਾ, ਧੀਆਂ ਨੂੰ ਮਾਰਿਆ ਜਾ ਰਿਹਾ। ਇੱਥੋਂ ਤੱਕ ਕਿ ਜਦੋਂ ਧੀਆਂ ਵਿਆਹੀਆਂ ਜਾਂਦੀਆਂ, ਬਗਾਨੇ ਘਰ ਚਲੀਆਂ ਜਾਂਦੀਆਂ, ਤੇ ਉੱਥੇ ਦਾਜ ਦਹੇਜ ਦੇ ਨਾਂ 'ਤੇ ਵੀ ਤੰਗ ਕੀਤਾ ਜਾਂਦਾ, ਜਾਂ ਮਰਦਾਂ ਵੱਲੋਂ ਕਿਹਾ ਜਾਂਦਾ ਹੈ ਕਿ ਔਰਤ ਦੀ ਮੱਤ ਜਿਹੜੀ ਗਿੱਚੀ ਪਿੱਛੇ ਹੁੰਦੀ ਹੈ। ਔਰਤ ਨੂੰ ਹਮੇਸ਼ਾ ਮਰਦਾਂ ਵੱਲੋਂ ਪੈਰ ਦੀ ਜੁੱਤੀ ਸਮਝਿਆ ਜਾਂਦਾ। ਪਰ ਤੁਹਾਡੀ ਇੱਕ ਦਲੇਰ ਪੰਜਾਬ ਦੀ ਧੀ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ, ਜੋ ਪੁੱਤਰ ਵੀ ਆ ਮਾਪਿਆਂ ਦਾ ਔਰ ਧੀ ਵੀ ਆ। ਉਸਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਡੈਥ ਹੋ ਗਈ ਸੀ ਔਰ ਆਪਣੇ ਬਾਪ ਦੇ ਨਾਲ ਪੁੱਤਰ ਦੀ ਤਰ੍ਹਾਂ ਉਹ ਖੜੀ ਹੈ। ਤੁਹਾਡੀ ਗੱਲਬਾਤ ਰਾਜਦੀਪ ਕੌਰ ਨਾਲ ਕਰਵਾਉਣ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਮ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡੇ ਵਿਹੜੇ ਆਏ ਜੋ ਤੇ ਸਾਰੀ ਦੁਨੀਆ ਤੱਕ ਸਾਡੀ ਗੱਲ ਲੈ ਕੇ ਜਾ ਰਹੇ ਨੇ ਜੀ। ਮਿਹਰਬਾਨੀ, ਥੈਂਕ ਯੂ। ਹੋਰ ਕੀ ਹਾਲ ਚਾਲ ਹੈ? ਪਹਿਲਾਂ ਦੱਸੋ, ਪਰਿਵਾਰ ਸਭ ਠੀਕ ਹੈ? ਹਾਂਜੀ, ਬਹੁਤ ਵਧੀਆ। ਸਾਨੂੰ ਪਤਾ ਲੱਗਿਆ ਸੀ ਤੁਸੀਂ ਖੇਤੀ ਕਰਦੇ ਹੋ। ਕਿਸ ਤਰ੍ਹਾਂ ਜਿਹੜਾ ਤੁਹਾਡਾ ਮਾਹੌਲ ਬਣਿਆ ਖੇਤੀ ਵਾਲੇ ਪਾਸੇ ਜਾਣ ਦਾ? ਪਹਿਲਾਂ ਮੇਰੇ ਮੰਮੀ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਆਪਣੇ ਡੈਡੀ ਦਾ ਸਹਾਰਾ ਬਣਨ ਲਈ ਮੈਂ ਖੇਤੀ ਅਪਣਾਈ ਤੇ ਹੁਣ ਉਹਨਾਂ ਨਾਲ ਹਰ ਇੱਕ ਕੰਮ ਕਰਾਉਂਦੇ ਹਾਂ ਖੇਤੀ ਦਾ, ਘਰ ਦਾ ਵੀ ਤੇ ਪੜ੍ਹਾਈ ਵੀ ਨਾਲ ਨਾਲ ਚੱਲ ਰਹੀ ਹੈ। ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ 3 ਭੈਣਾਂ ਜੀ। 3 ਭੈਣਾਂ, ਜਿਵੇਂ ਪਹਿਲਾਂ ਦੱਸਿਆ ਭਰਾ ਹੈ ਨਹੀਂ? ਹਾਂਜੀ, ਭਰਾ ਹੈ ਨਹੀਂ ਜੀ। ਤੇ ਤੁਹਾਡੀ ਮਦਰ ਦੀ ਡੈਥ ਕਿਹੜੇ ਸਾਲ ਦੇ ਵਿੱਚ ਹੋਈ ਸੀ? ਤੁਸੀਂ ਕਿੱਡੇ ਕੁ ਸੀਗੇ ਉਦੋਂ? ਮੈਂ ਉਦੋਂ ਬਹੁਤ ਛੋਟੀ ਸੀ, ਮੈਂ ਉਦੋਂ ਸੈਕਿੰਡ ਕਲਾਸ ਦੇ ਵਿੱਚ ਹੀ ਸੀ। ਅੱਛਾ। ਮਾਤਾ ਨੂੰ ਦੇਖਿਆ ਤੁਸੀਂ? ਮੰਮੀ ਨੂੰ ਦੇਖਿਆ? ਹਾਂਜੀ, ਦੇਖਿਆ ਸੀ। ਯਾਦ ਆਉਂਦੀ ਆ? ਹਾਂਜੀ। ਤਾਂ ਫਿਰ ਜਿਹੜੇ ਤੁਸੀਂ ਕਿੰਨੀ ਉਮਰ ਦੇ ਵਿੱਚ ਜਿਹੜਾ ਖੇਤੀ ਕਰਵਾਉਣ ਲੱਗੇ, ਸਭ ਤੋਂ ਪਹਿਲਾਂ ਤੁਸੀਂ ਕੀ ਕੀਤਾ ਜਦੋਂ ਖੇਤੀ ਵਾਲੇ ਪਾਸੇ ਆਏ? 3-4 ਸਾਲ ਹੋ ਗਏ ਜੀ ਮੈਨੂੰ ਖੇਤੀ ਕਰਦੀ ਨੂੰ। ਤੇ ਪਹਿਲਾਂ ਜਦੋਂ ਪੱਠੇ ਵੱਢਣ ਜਾਂਦੇ ਹੁੰਦੇ ਸੀ ਖੇਤ, ਉਦੋਂ ਮੈਂ ਨਾਲ ਜਾਂਦੀ ਹੁੰਦੀ ਸੀ ਤੇ ਉਦੋਂ ਬਾਅਦ 'ਚ ਦੇਖਦੇ ਦੇਖਦੇ ਮੈਂ ਖੇਤੀ ਦਾ ਹਰ ਇੱਕ ਕੰਮ ਸਿੱਖ ਗਈ। ਪਹਿਲਾਂ ਕਿਹੜਾ ਕੰਮ ਕੀਤਾ? ਸਭ ਤੋਂ ਪਹਿਲਾਂ ਪੱਠੇ ਵੱਢਣ ਲੱਗੇ?
ਹਾਂਜੀ ਪਹਿਲਾਂ ਪੱਠੇ ਵੱਢਦੇ ਹੁੰਦੇ ਸੀ। ਡੈਡੀ ਹੁਣੇ ਰੋਕਦੇ ਨਹੀਂ ਹੁੰਦੇ ਸੀ ਕਿ ਦਾਤੀ ਵਾਜੂ ਹੱਥ 'ਚ ਰਹਿਣ ਦਿਓ? ਨਹੀਂ ਜੀ, ਮਤਲਬ ਕਿ ਥੋੜਾ ਥੋੜਾ ਵੱਢਣ ਦੇ ਦਿੰਦੇ ਸੀ। ਅੱਛਾ। ਪਹਿਲਾਂ ਥੋੜੇ ਥੋੜੇ ਤੋਂ ਫਿਰ ਹੁਣ ਸਾਰੇ ਕੰਮ ਸਿੱਖ ਗਈ। ਫਿਰ ਇੱਕਦਮ ਤੁਸੀਂ ਟਰੈਕਟਰ ਚਲਾਉਣ ਲੱਗ ਗਏ, ਕੰਬਾਈਨ ਚਲਾਉਣ ਲੱਗ ਗਏ, ਬਹੁਤ ਔਖਾ ਕੰਮ ਆ ਵੈਸੇ। ਐਡਾ ਕੰਮ ਤੁਸੀਂ ਕਿਵੇਂ ਕਰ ਰਹੇ ਹੋ, ਡਰ ਨਹੀਂ ਲੱਗਦਾ? ਨਹੀਂ, ਪਹਿਲਾਂ ਕੇਰਾ ਸ਼ੁਰੂ ਜਿਹੇ 'ਚ ਲੱਗਦਾ ਸੀ, ਪਰ ਮੇਰੇ ਸਾਰੇ ਪਰਿਵਾਰ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ, ਸਾਰਿਆਂ ਦੀ ਹੌਸਲਾ ਅਫਜ਼ਾਈ ਨਾਲ ਸਿੱਖੀ ਮੈਂ। ਹੁਣ ਕਿਸ ਤਰ੍ਹਾਂ ਦੇ ਕੰਮ ਕਰਦੇ ਹੋ ਤੁਸੀਂ? ਕਿਹੜੇ ਕਿਹੜੇ ਕੰਮ ਕਰਦੇ ਹੋ ਖੇਤੀ ਦੇ ਵਿੱਚ? ਆਪਣੇ ਫਾਦਰ ਸਾਹਿਬ ਦੇ ਨਾਲ ਜਿਹੜਾ ਤੁਸੀਂ ਹੱਥ ਵਟਾਉਂਦੇ ਹੋ, ਅਸੀਂ ਦੇਖਿਆ ਤੁਸੀਂ ਗੁੱਡ ਗੜਾਈ ਕਰਦੇ ਸੀ, ਔਰ ਹੋਰ ਵੀ ਜਿਹੜੇ ਕੰਮ ਸਪਰੇਅ ਕਰਵਾਈ ਜਾਂਦੇ ਸੀ ਨਾਲ, ਹੋਰ ਕਿਹੜੇ ਕਿਹੜੇ ਕੰਮ ਆਪਣੇ ਫਾਦਰ ਸਾਹਿਬ ਦੇ ਨਾਲ ਕਰਵਾਉਂਦੇ ਹੋ? ਮੈਂ ਖੇਤੀ ਦੇ ਕੰਮ ਜਿਵੇਂ ਬੀਜਣਾ, ਵਾਹੁਣਾ, ਸਪਰੇਅ ਕਰਨਾ, ਖਾਦ ਪਾਉਣਾ, ਐਵੇਂ ਦੇ ਸਾਰੇ ਕੰਮ ਨਾਲ ਕਰਵਾਉਂਦੀ ਹਾਂ। ਪੱਠੇ ਵੱਢਣਾ ਤੇ ਹੋਰ ਵੀ ਜਿਵੇਂ ਸਬਜ਼ੀਆਂ ਲਾਉਣੇ ਆ, ਉਹਦੇ ਵਿੱਚ ਵੀ ਸਹਾਇਤਾ ਕਰਦੇ। ਪੂਰੀ ਜਾਣਕਾਰੀ ਹੈ ਖੇਤੀ ਬਾਰੇ ਕਿ ਕਿਹੜੀ ਫਸਲ ਕਦੋਂ ਬੀਜੀ ਜਾਣੀ ਹੈ, ਕਿਹੜੀ ਫਸਲ ਕਦੋਂ ਵੱਢੀ ਜਾਣੀ ਹੈ, ਕਿਹੜੀ ਫਸਲ ਦੀ ਕਦੋਂ ਰੁੱਤ ਹੈ, ਕਦੋਂ ਸਪਰੇਅ ਹੋਣੀ ਆ, ਕਦੋਂ ਪਾਣੀ ਲੱਗਣਾ, ਪੂਰੀ ਨੌਲੇਜ ਹੈ? ਹਾਂਜੀ, ਨਾਲ ਨਾਲ ਜਿਵੇਂ ਦੱਸਦੇ ਰਹਿੰਦੇ ਨੇ ਉਵੇਂ ਕਰਦੀ ਰਹਿੰਦੀ ਹਾਂ ਮੈਂ। ਤੁਹਾਡਾ ਕਿਉਂ ਇੰਟਰਸਟ ਬਣਿਆ ਇੱਧਰ ਕਿ ਆਪਾਂ ਇਹ ਖੇਤੀ ਵਾਲੇ ਪਾਸੇ? ਤੁਹਾਡੀ ਛੋਟੀ ਉਮਰ ਆ, ਤੁਸੀਂ ਬੱਚੇ ਹੋ, ਕਿਹੜੀ ਕਲਾਸ 'ਚ ਪੜ੍ਹ ਰਹੇ ਹੋ? ਮੈਂ +1 ਕਲਾਸ 'ਚ ਹਾਂ ਜੀ। ਤਾਂ ਇੰਨੇ ਛੋਟੀ ਉਮਰ ਦੇ ਵਿੱਚ ਕਿੱਦਾਂ? ਤੁਹਾਡੀ ਉਮਰ ਦੇ ਬੱਚੇ ਤਾਂ ਟੀਵੀ ਅੱਗੋਂ ਨਹੀਂ ਉੱਠਦੇ, ਜਾਂ ਕਹਿ ਲਈਏ ਕਿ ਸੋਸ਼ਲ ਮੀਡੀਆ ਨਾਲ ਬੱਚੇ ਜੁੜੇ ਹੋਏ ਆ। ਤੁਸੀਂ ਫਿਰ ਖੇਤੀ ਵਾਲੇ ਪਾਸੇ, ਇੱਥੇ ਤਾਂ ਮੁੰਡੇ ਵੀ ਨਹੀਂ ਜਾਂਦੇ, ਕਿ ਸਾਡੇ ਪੰਜਾਬ ਦੇ ਮੁੰਡੇ ਵੀ ਆ ਜਿਹੜੇ ਉਹ ਵੀ ਖੇਤੀ ਵਾਲੇ ਪਾਸੋਂ ਭੱਜੇ ਜਾਂਦੇ ਆ, ਤੁਸੀਂ ਖੇਤੀ ਵਾਲੇ ਪਾਸੇ? ਮੇਰੇ ਡੈਡੀ ਮਤਲਬ ਕਿ ਇਕੱਲੇ ਸੀਗੇ, ਉਹਨਾਂ ਦੇ ਸਹਾਰੇ ਲਈ ਇਹ ਖੇਤੀ ਅਪਣਾਉਣੀ ਪਈ। ਕੀ ਡੈਡੀ ਕਹਿੰਦੇ ਨਾਲ ਕਰਵਾਇਆ ਕਰੋ, ਕਿ ਆਪਣਾ ਹੀ ਮਨ ਬਣ ਗਿਆ ਵੀ? ਨਹੀਂ, ਆਪਣਾ ਹੀ ਮਨ ਬਣ ਗਿਆ ਸੀ। ਤੇ ਤੁਸੀਂ ਜਿਹੜਾ ਕੰਪੈਨ ਵੀ ਚਲਾਉਂਦੇ ਹੋ, ਉਹ ਬੜਾ ਘੱਟਾ ਘੁੱਟਾ ਉੱਡਦਾ ਹੁੰਦਾ ਜਦੋਂ ਕਣਕ ਵੱਢਦੇ ਹਾਂ ਆਪਾਂ ਜਾਂ ਝੋਨਾ ਵੱਢਦੇ ਹਾਂ, ਤਾਂ ਉਹ ਚੜ੍ਹਦਾ ਨਹੀਂ ਗਾ? ਜਾਂ ਨਹੀਂ, ਚੜ੍ਹਦਾ ਨਹੀਂ ਹੈਗਾ ਜੀ। ਤੁਸੀਂ ਜਿਹੜਾ ਹੈਗਾ ਕੰਪੈਨ ਕਣਕ ਝੋਨੇ ਦੇ ਸੀਜ਼ਨ 'ਚ ਜਦੋਂ ਚਲਾਉਂਦੇ ਹੋ, ਬਾਹਰ ਵੀ ਖੇਤਾਂ 'ਚ ਹੋਰ ਲੋਕਾਂ ਦੇ ਵੱਢਣ ਜਾਂਦੇ ਹੋ ਫਸਲ, ਜਾਂ ਆਪਣੇ ਹੀ ਵੱਢਦੇ ਹੋ? ਆਪਣੇ ਵੀ ਵੱਢ ਲੈਂਦੇ ਹਾਂ ਤੇ ਨਾਲ ਡੈਡੀ ਦੇ ਨਾਲ ਵਗ ਵੀ ਜਾਂਦੇ ਹੁੰਦੇ ਹਾਂ ਜੀ। ਕਿੰਨਾ ਟਾਈਮ ਫਿਰ ਤੁਸੀਂ ਜਿਹੜਾ ਖੇਤੀ ਦਾ ਕੰਮ ਕਰਦੇ ਹੋ, ਨਾਲ ਦੀ ਨਾਲ ਜਿਹੜੀ ਤੁਹਾਡੀ ਪੜ੍ਹਾਈ ਫਿਰ ਕਿੱਦਾਂ ਚੱਲਦੀ ਹੈ? ਪੜ੍ਹਾਈ ਤੋਂ ਬਾਅਦ ਦਾ ਟਾਈਮ ਜਾਂ ਛੁੱਟੀ ਵਾਲੇ ਦਿਨ ਐਵੇਂ ਮਤਲਬ ਕਿ ਜਿਵੇਂ ਸਕੂਲੋਂ ਆ ਕੇ ਸਕੂਲ ਦਾ ਕੰਮ ਕਰਕੇ ਉਸ ਤੋਂ ਬਾਅਦ ਵਾਲਾ ਟਾਈਮ ਖੇਤ 'ਚ ਆ ਜਾਂਦੇ। ਜਿਹੜੀ ਸਬਜ਼ੀ ਵਗੈਰਾ ਲਾਉਣਾ, ਤੁਹਾਡੇ ਤਾਂ ਸਬਜ਼ੀ ਬਹੁਤ ਲੱਗੀ ਹੈ ਵੈਸੇ। ਆਮ ਤੌਰ 'ਤੇ ਜਿਹੜੀ ਸਬਜ਼ੀ ਸਾਡੇ ਕਿਸਾਨ ਭਰਾ ਲਾਉਣੋਂ ਹਟ ਗਏ, ਮੁੱਲ ਦੀਆਂ ਸਬਜ਼ੀਆਂ, ਮੁੱਲ ਦਾ ਸਭ ਕੁਝ ਖਾਣ ਲੱਗ ਗਏ ਅਤੇ ਬਿਮਾਰ ਵੀ ਹੋ ਗਏ, ਬਿਮਾਰੀਆਂ 'ਚ ਜਕੜੇ ਗਏ, ਫਿਰ ਮਹਿੰਗੇ ਅਤੇ ਵੱਡੇ ਹਸਪਤਾਲਾਂ 'ਚ ਜਾਣਾ ਪੈ ਗਿਆ। ਤੁਹਾਡੀ ਇੰਨੀ ਜਿਹੜੀ ਸਬਜ਼ੀ ਲਾਈ ਆ ਇਸ ਟਾਈਮ, ਕਿਹੜੀ ਕਿਹੜੀ ਸਬਜ਼ੀ ਤੁਸੀਂ ਲਾਈ ਆ? ਸ਼ੋਲੂਆ ਲਸਣ ਲੱਗੀ ਹੋਈ ਹੈ ਜੀ, ਸ਼ੋਲੂਆ ਲੱਗਿਆ ਹੋਇਆ, ਗਾਜਰਾਂ ਅਤੇ ਮਟਰ, ਆਲੂ, ਇੱਦਾਂ ਦਾ ਹੋਰ ਕੁਛ, ਜਿਵੇਂ ਪਾਲਕ ਹੋ ਗਈ ਹੁਣ, ਪਰ ਪਾਲਕ ਨਿਸਰਦੀ ਆਂਦੀ ਹੈ। ਅਤੇ ਤੁਸੀਂ ਆਪ ਲਵਾਇਆ ਸਾਰਾ? ਹਾਂਜੀ, ਨਾਲ ਆਪ ਹੀ ਲਵਾਇਆ ਸੀ। ਸਰੋਂ ਲੱਗੀ ਹੋਈ ਹੈ ਜੀ। ਹੋਰ ਫਿਰ ਕੌਣ ਕੌਣ ਸੰਯੋਗ ਕਰਦਾ ਤੁਹਾਡੇ ਨਾਲ? ਪੂਰੇ ਪਰਿਵਾਰ ਦਾ ਹੀ ਸਹਿਯੋਗ ਹੈ ਜੀ। ਦੂਜੀਆਂ ਭੈਣਾਂ ਵੀ ਨਾਲ ਲੱਗਦੀਆਂ? ਹਾਂਜੀ, ਉਹ ਵੀ ਕਰਵਾ ਦਿੰਦੇ ਨਾਲ। ਕੰਮ ਔਖਾ ਨਹੀਂ ਲੱਗਦਾ ਕਿ ਜਦੋਂ ਗਰਮੀ ਹੁੰਦੀ ਆ ਉਦੋਂ ਬੜਾ ਔਖਾ, ਜਦੋਂ ਝੋਨਾ ਲਾਉਂਦੇ ਆ ਉਦੋਂ ਇੰਨੀ ਜੇਠ ਹਾੜ ਦੀਆਂ ਧੁੱਪਾਂ, ਅਤੇ ਜਦੋਂ ਪੋਹ ਮਾਘ ਦੀਆਂ ਰੁੱਤਾਂ ਹੁੰਦੀਆਂ, ਠੰਡ ਹੁੰਦੀ ਆ, ਉਦੋਂ ਕਣਕਾਂ ਨੂੰ ਪਾਣੀ ਲਾਉਣਾ ਜਾਂ ਸਪਰੇਅ ਕਰਨੀ, ਕੰਮ ਔਖਾ ਨਹੀਂ ਲੱਗਦਾ? ਨਹੀਂ, ਔਖਾ ਨਹੀਂ ਲੱਗਦਾ, ਪਰ ਮਿਹਨਤ ਹੁੰਦੀ ਹੈ ਜੀ। ਤੁਸੀਂ ਮੁੰਡਿਆਂ ਨੂੰ ਕਿਵੇਂ ਦੇਖਦੇ ਹੋ? ਮੁੰਡੇ ਅੱਜ ਕੱਲ੍ਹ ਮੋਟਰਸਾਈਕਲ ਲੈ ਕੇ ਗੇੜੀਆਂ ਲਾਉਂਦੇ ਆ, ਚੰਗੇ ਬ੍ਰਾਂਡਡ ਕੱਪੜੇ ਪਾਉਂਦੇ ਆ। ਬਾਪੂ ਕਹਿੰਦਾ ਖੇਤ ਜਾ ਪੱਠੇ ਲੈਣ, ਉਹ ਕਹਿੰਦਾ ਮੈਂ ਨਹੀਂ ਜਾਣਾਗਾ, ਮੈਂ ਖੇਤ ਕਿਉਂ ਜਾਵਾਂ, ਮੈਨੂੰ ਤਾਂ ਬੋਲਟ ਮੋਟਰਸਾਈਕਲ ਚਾਹੀਦਾ, ਮੈਂ ਫੇਰ ਪੱਠੇ ਲੈਣ ਜਾਊਂਗਾ। ਜੇ ਕਹਿੰਦੇ ਸਪਰੇਅ ਕਰਨ ਜਾਣਾ, ਫਿਰ ਉਹ ਕਹਿੰਦਾ ਗੱਡੀ ਚਾਹੀਦੀ ਹੈ ਮੈਨੂੰ, ਜਾਂ 4 ਦਿਹਾੜੀਏ ਮੇਰੇ ਨਾਲ ਭੇਜੋ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਇੱਕ ਮੁੰਡਿਆਂ ਵਾਲਾ ਫਰਜ਼ ਨਿਭਾ ਰਹੇ ਹੋ, ਬਾਪ ਦਾ ਬਹੁਤ ਵੱਡਾ ਸਹਾਰਾ ਬਣੇ ਹੋ, ਕਿਵੇਂ ਦੇਖਦੇ ਹੋ ਮੁੰਡਿਆਂ ਨੂੰ ਤੁਸੀਂ? ਮੁੰਡੇ ਅੱਜ ਕੱਲ੍ਹ ਦੇ ਜਿਹੜੇ ਵਿਹਲੇ ਤੁਰੇ ਫਿਰਦੇ ਨੇ, ਉਹ ਐਵੇਂ ਸੋਚਦੇ ਆ ਕਿ ਪਤਾ ਨਹੀਂ ਰੱਬ ਸਾਨੂੰ ਛੱਪੜ ਪਾਟ ਕੇ ਦੇ ਦੂਗਾ, ਲੱਖਾਂ ਰੁਪਏ ਦੇ ਦੂਗਾ। ਉਹ ਆਪਣੇ ਮਤਲਬ ਕਿ ਦਾਦਿਆਂ ਪੜਦਾਦਿਆਂ ਦੀ ਜਿਹੜੀ ਉਹਨਾਂ ਦੀ ਜਾਇਦਾਦ ਕਮਾਈ ਹੋਈ ਹੈ, ਉਹਨੂੰ ਨਹੀਂ ਦੇਖਦੇ ਵੀ ਉਹਨਾਂ ਨੇ ਕਿੰਨੀ ਮਿਹਨਤ ਨਾਲ ਉਹਨਾਂ ਨੂੰ ਕਮਾ ਕੇ ਦਿੱਤਾ ਗਾ। ਅਤੇ ਮਤਲਬ ਕਿ ਸਾਰੇ ਤਾਂ ਨਹੀਂ, ਮਤਲਬ ਕਿ ਜਿਹੜੇ ਵਿਹਲੇ ਤੁਰੇ ਫਿਰਦੇ ਆ, ਉਹਨਾਂ ਨੂੰ ਚਾਹੀਦਾ ਕਿ ਉਹ ਕੰਮ ਕਰਨ, ਅਤੇ ਉਹਨਾਂ ਨੂੰ ਵਿਹਲੇ ਨਹੀਂ ਫਿਰਨਾ ਚਾਹੀਦਾ। ਬਿਲਕੁਲ, ਕੰਮ ਕਰਨ। ਤੁਸੀਂ ਹੁਣ +2 ਕਲਾਸ ਦੇ ਵਿੱਚ ਪੜ੍ਹ ਰਹੇ ਹੋ। +2 ਤੋਂ ਬਾਅਦ ਬੱਚੇ ਜਿਹੜੇ ਉਡਾਰੀ ਮਾਰ ਜਾਂਦੇ, ਵਿਦੇਸ਼ਾਂ ਨੂੰ ਚਲੇ ਜਾਂਦੇ, ਕੋਈ ਆਸਟ੍ਰੇਲੀਆ ਚਲਾ ਜਾਂਦਾ, ਕੋਈ ਕੈਨੇਡਾ ਚਲਾ ਜਾਂਦਾ, ਕੋਈ ਨਿਊਜ਼ੀਲੈਂਡ ਚਲਾ ਜਾਂਦਾ। ਤੁਸੀਂ +2 ਪੜ੍ਹ ਕੇ ਫਿਰ ਕਿਹੜੇ ਦੇਸ਼ ਚੱਲੇ ਹੋ? ਕਿਸੇ ਦੇਸ਼ ਨਹੀਂ ਚੱਲੇ ਜੀ, ਇੱਥੇ ਹੀ ਰਹਾਂਗੇ। ਕਿਉਂ? ਪੰਜਾਬ ਦੇ ਵਿੱਚ ਤਾਂ ਇੱਕ ਬਹੁਤ ਵੱਡੀ ਹੌੜ ਜੀ ਲੱਗੀ ਆ। ਪਹਿਲਾਂ ਤਾਂ ਚੰਡੀਗੜ੍ਹ ਸ਼ਹਿਰਾਂ 'ਚ ਹੁੰਦੇ ਸੀ ਬੋਰਡ ਲੱਗਿਆ ਆਈਲੈਟਸ ਕਰੋ, ਫਿਰ ਆਪਣੇ ਜ਼ਿਲ੍ਹਿਆਂ ਦੇ ਵਿੱਚ ਆ ਗਏ, ਤਹਿਸੀਲਾਂ 'ਚ ਆ ਗਏ, ਹੁਣ ਪਿੰਡਾਂ 'ਚ ਵੀ ਲੱਗਿਆ ਆਈਲੈਟਸ ਬੋਰਡ ਕਿ ਆਈਲੈਟਸ ਕਰੋ, ਇੰਨੇ ਬੈਂਡ ਲਓ, ਤੁਹਾਨੂੰ ਕੈਨੇਡਾ ਭੇਜਦੇ ਆ, ਅਮਰੀਕਾ ਭੇਜਦੇ ਆ, ਉੱਥੇ ਬਹੁਤ ਡਾਲਰ ਬਣ ਜਾਂਦੇ ਆ, ਅਤੇ ਤੁਸੀਂ ਕਹਿੰਦੇ ਉੱਥੇ ਜਾਣਾ ਨਹੀਂ।
ਬਾਕੀ ਹਰ ਦੀ ਅਲੱਗ-ਅਲੱਗ ਸੋਚ ਹੁੰਦੀ ਆ। ਉਹ ਸੋਚਦੇ ਨੇ ਕਿ ਪਤਾ ਨਹੀਂ ਉੱਥੇ ਜਾ ਕੇ ਅਸੀਂ ਕਿੰਨੇ ਕੁ ਲੱਖਾਂ ਕਰੋੜਾਂ ਡਾਲਰ ਕਮਾ ਲਾਂਗੇ, ਪਰ ਜਿਹਨੇ ਕੰਮ ਕਰਨਾ ਉਹ ਕਿਤੇ ਵੀ ਕਰ ਸਕਦਾ। ਇੱਥੇ ਹੀ ਕੈਨੇਡਾ ਗਾ ਉਹਦਾ ਤਾਂ। ਇੱਥੇ ਤੁਸੀਂ ਕੈਨੇਡਾ ਮੰਨਦੇ ਹੋ? ਮਿੱਟੀ ਦੇ ਵਿੱਚ ਮਿੱਟੀ ਹੋਣਾ ਕੈਨੇਡਾ ਮੰਨਦੇ ਹੋ ਤੁਸੀਂ ਵੀ? ਇੱਥੇ ਕੈਨੇਡਾ ਜਿੰਨੇ ਡਾਲਰ ਕਮਾ ਸਕਦੇ ਹੋ, ਕੈਨੇਡਾ ਜਿੰਨਾ ਪੈਸਾ ਕਮਾ ਸਕਦੇ ਹੋ? ਹਾਂਜੀ, ਜਿਹਨੇ ਕਰਨਾ ਉਹ ਕਰ ਲੂਗਾ। ਸੁਖਾਲਾ ਲੱਗਦਾ ਕੰਮ ਤੁਹਾਨੂੰ? ਹਾਂ, ਠੀਕ ਹੈ ਜੀ। ਬਾਹਰ ਦੇ ਵਿੱਚ, ਬਾਹਰ ਤਾਂ ਵਿਦੇਸ਼ਾਂ 'ਚ ਜਾ ਕੇ ਕਹਿੰਦੇ ਕਿ ਜਿਹੜਾ ਦਿਹਾੜੀ ਕਰਦਾ ਬੰਦਾ ਉਹਦੇ ਕੋਲ ਵੀ ਗੱਡੀ ਆ। ਇੱਥੇ ਜਿਹੜੇ ਕਿਸਾਨ ਖੇਤੀ ਕਰਦਾ ਕਹਿੰਦੇ ਉਹ ਤੋਂ ਸਾਈਕਲ ਵੀ ਨਹੀਂ ਲਿਆ ਜਾਂਦਾ। ਫਿਰ ਤੁਹਾਨੂੰ ਲੱਗਦਾ ਕਿ ਤੁਸੀਂ ਸਫਲ ਹੋ ਪਾਓਗੇ ਇਹਦੇ ਵਿੱਚ? ਹਾਂਜੀ, ਸਫਲ ਹੋ ਜਾਵਾਂਗੇ। ਕੀ ਸੁਪਨਾ ਕੀ ਹੈ ਤੁਹਾਡਾ? ਸਾਰੀ ਜ਼ਿੰਦਗੀ ਖੇਤੀ ਤਾਂ ਨਹੀਂ ਕਰਿਆ ਜਾਣਾ, ਕਰ ਸਕਦੇ ਕਿਉਂਕਿ ਤੁਹਾਡੀ ਮੈਰਿਜ ਵੀ ਹੋਣੀ ਆ, ਵੱਡੇ ਹੋਣਾ। ਸੁਪਨਾ ਕੀ ਹੈ, ਕੀ ਬਣਨਾ? ਸਾਰੀ ਜ਼ਿੰਦਗੀ ਖੇਤੀ ਕਰਦੇ ਰਹੋਗੇ? ਨਹੀਂ, ਮੇਰੇ ਕੋਲ ਮੈਡੀਕਲ ਹੈ ਜੀ। ਮੈਂ ਡਾਕਟਰੀ ਲਾਈਨ 'ਚ ਪੈਣਾ ਚਾਹੁੰਦੀ ਹਾਂ। ਡਾਕਟਰੀ ਲਾਈਨ 'ਚ ਜਦੋਂ ਪਹੁੰਚੋਗੇ ਫਿਰ ਨਾਲ ਦੀ ਨਾਲ ਖੇਤੀ ਕਰਦੇ ਰਹੋਗੇ, ਛੱਡ ਦੋਗੇ? ਥੋੜ੍ਹਾ ਬਹੁਤਾ ਕਰਦੇ ਰਵਾਂਗੇ। ਕੀ ਕਹਿਣਾ ਚਾਹੁੰਦੇ ਆ ਜਿਹੜੇ ਸਾਡਾ ਯੂਥ ਅੱਜ ਖੇਤੀ ਤੋਂ ਭੱਜ ਰਿਹਾ? ਸਾਡੇ ਕਿਸਾਨ ਜੇ ਗੱਲ ਕਰੀਏ, ਹਰ ਰੋਜ਼ ਨਿਊਜ਼ ਆਉਂਦੀਆਂ, ਪੇਪਰਾਂ ਦੇ ਵਿੱਚ ਲੱਗੀਆਂ ਹੁੰਦੀਆਂ। ਪੇਪਰਾਂ ਨੇ ਸਪੈਸ਼ਲ ਥਾਂ ਛੱਡਦਾ ਕਿ ਇੱਥੇ ਅੱਜ ਇੰਨੇ ਖੁਦਕੁਸ਼ੀ ਕਰਦੇ ਆ ਕਿਸਾਨ, ਉਹਨਾਂ ਦੀਆਂ ਫੋਟੋ ਲਾਉਣੀਆਂ ਅਤੇ ਖਬਰ ਲਾਉਣੀ ਆ। ਹਰ ਦੂਜੇ ਤੀਜੇ ਜਿਹੜੀ ਹੈਗੀ ਆ ਪੇਜ ਭਰੇ ਆਉਂਦੇ ਆ, ਫਰੰਟ ਪੇਜ 'ਤੇ, ਦੂਜੇ ਤੀਜੇ ਪੇਜ 'ਤੇ ਵੀ ਆਉਂਦੀਆਂ ਫੋਟੋ ਕਿ ਫਲਾਣੇ ਥਾਂ ਕਰਜ਼ਾਈ ਕਿਸਾਨ ਜਿਹੜਾ ਖੁਦਕੁਸ਼ੀ ਕਰ ਗਿਆ। ਤੁਸੀਂ ਕਿਵੇਂ ਦੇਖਦੇ ਹੋ ਕਿ ਖੇਤੀ ਕਰਕੇ ਜਿਹੜਾ ਕਿਸਾਨ ਸਫਲ ਹੋ ਸਕਦਾ, ਕਰਜ਼ਾ ਮੁਕਤ ਹੋ ਸਕਦਾ? ਕਰਜ਼ੇ ਦਾ ਬਹੁਤ ਰੌਲਾ ਪਿਆ, ਕੀ ਲੱਗਦਾ ਕਰਜ਼ਾ ਲੈ ਸਕਦਾ ਖੇਤੀ ਕਰਕੇ? ਹਾਂ, ਕਰਜ਼ਾ ਲੈ ਸਕਦਾ ਹੈ। ਕਰਜ਼ਾ ਚੜ੍ਹ ਹੀ ਨਹੀਂ ਸਕਦਾ ਜੇ ਆਪਾਂ ਮਤਲਬ ਕਿ ਜਿੰਨਾ ਚਾਦਰ ਦੁਆਰਾ ਜਿੰਨੀ ਚਾਦਰ ਹੈਗੀ ਉਨੇ ਪੈਰ ਪਸਾਰੀਏ। ਮਤਲਬ ਕਿ ਅੱਜ ਕੱਲ੍ਹ ਦੇ ਜਿਹੜੇ ਹੈਗੇ ਨੇ ਉਹ ਵੱਡੀਆਂ ਲਿਮਟਾਂ ਚੱਕ ਕੇ ਵੱਡੀਆਂ ਗੱਡੀਆਂ ਲੈਂਦੇ ਨੇ, ਕੋਠੀਆਂ ਪਾਉਂਦੇ ਨੇ ਅਤੇ ਵੱਡੇ ਟਰੈਕਟਰ ਲਿਆਉਂਦੇ ਨੇ। ਜੇ ਉਹ ਮਤਲਬ ਕਿ ਵੱਡਾ ਟਰੈਕਟਰ ਹੀ ਨਾ ਲੈਂਦੇ, ਕੋਠੀ ਨਾ ਲੈਂਦੇ, ਜਾਂ ਜਿੰਨਾ ਉਹਨਾਂ ਕੋਲ ਹੈਗਾ ਸੀ ਉਨੇ ਕੁ ਨਾਲ ਹੀ ਕੰਮ ਚਲਾਉਂਦੇ, ਤਾਂ ਉਹਨਾਂ ਦੇ ਸਿਰ ਕਰਜ਼ਾ ਚੜ੍ਹਨਾ ਹੀ ਨਹੀਂ ਸੀਗਾ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਕਿ ਸਾਡੇ ਕਿਸਾਨ ਵਾਕਈ ਲਿਮਟਾਂ ਚੱਕ ਕੇ ਵੱਡਾ ਕਰਜ਼ਾ ਲੈ ਕੇ ਤੇ ਵੱਡੀਆਂ ਕੋਠੀਆਂ ਪਾਉਂਦੇ ਆ, ਤੇ ਵਾਕਈ ਉਹਨਾਂ ਦਾ ਖਰਚਾ ਵੱਧਦਾ ਤੇ ਫਿਰ ਖੁਦਕੁਸ਼ੀ ਕਰਨੀ ਜਿਹੜੀ ਉਹ ਕਰ ਜਾਂਦੇ ਆ। ਬਾਕੀ ਗੱਲ ਤੁਹਾਡੀ ਸੱਚ ਆ। ਪਰ ਜੇ ਆਪਾਂ ਗੱਲ ਸਰਕਾਰਾਂ ਦੀ ਕਰੀਏ, ਕਹਿੰਦੇ ਕਿ ਸਰਕਾਰਾਂ ਕਿਸਾਨ ਨੂੰ ਪੂਰਾ ਮੁੱਲ ਨਹੀਂ ਦਿੰਦੀਆਂ। ਜਿਹੜੇ ਕਿਸਾਨ ਆ ਕਹਿੰਦੇ ਮੰਡੀਆਂ 'ਚ ਰੁਲਦੇ ਆ। ਪਹਿਲਾਂ ਤਾਂ ਰੇਹ ਸਪਰੇਅ ਕਹਿੰਦੇ ਬਹੁਤ ਮਹਿੰਗੀ ਮਿਲਦੀ ਆ, ਫਿਰ ਜੇ ਕਿਸਾਨ ਦੀ ਕਹਿੰਦੇ ਫਸਲ ਖਰਾਬ ਹੋ ਜੇ, ਕੁਝ ਮੁਆਵਜ਼ਾ ਨਹੀਂ ਦਿੰਦੀ। ਕਿਸੇ ਵਪਾਰੀ ਦੀ ਕੋਈ ਫੈਕਟਰੀ ਸੜ ਜੇ, ਜਲ ਜੇ ਤਾਂ ਉਹਨੂੰ ਤੁਰੰਤ ਉਹਦਾ ਮੁਆਵਜ਼ਾ ਦਿੱਤਾ ਜਾਂਦਾ। ਜੇ ਕਿਸੇ ਹੋਰ ਦਾ ਨੁਕਸਾਨ ਹੋਵੇ ਕਹਿੰਦੇ ਤੁਰੰਤ ਮੁਆਵਜ਼ਾ ਦਿੱਤਾ ਜਾਂਦਾ। ਗੱਡੀ ਕਿਸੇ ਦੀ ਜਲ ਜੇ ਤਾਂ ਉਹਨੂੰ ਬੀਮਾ ਮਿਲ ਜਾਂਦਾ। ਕਹਿੰਦੇ ਕਿਸਾਨ ਦੀ ਫਸਲ ਦਾ ਕੋਈ ਬੀਮਾ ਨਹੀਂ। ਕੀ ਵੇਖਦੇ ਆ, ਕਿਵੇਂ ਵੇਖਦੇ ਆ ਸਰਕਾਰਾਂ ਨੂੰ? ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਉਹ ਕਰਜ਼ੇ ਮਾਫ਼ ਕਰਨ। ਜਿਵੇਂ ਸਰਕਾਰਾਂ ਵਾਅਦੇ ਕਰ ਲੈਂਦੀਆਂ ਨੇ ਤਾਂ ਲਾਈ ਲੱਗ ਲੋਕ ਪਿੱਛੇ ਲੱਗ ਕੇ ਵੋਟਾਂ ਪਾ ਜਾਂਦੇ ਨੇ। ਅਤੇ ਸਰਕਾਰ ਜਿਵੇਂ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਉਹ ਬੈਂਕਾਂ ਨੂੰ ਜਾਂ ਕਿਸਾਨਾਂ ਨੂੰ ਮੁਆਵਜ਼ਾ ਦੇਣਗੇ, ਪਰ ਉਹਨਾਂ ਨੇ ਨਹੀਂ ਦਿੱਤਾ। 3 ਸਾਲ ਕਰਜ਼ਾ ਮੁਕਤ ਕਰਨ ਦੀ ਗੱਲ ਕੀਤੀ ਸੀ ਕੈਪਟਨ, ਬਹੁਤ ਵਧੀਆ ਗੱਲ ਕੀਤੀ। ਕੈਪਟਨ ਸਾਹਿਬ ਨੇ ਕਿਹਾ ਸੀ ਕਿ ਕਰਜ਼ਾ ਮੁਕਤ ਕਰ ਦਾਂਗੇ। ਤੁਹਾਡਾ ਹੋਇਆ ਕੋਈ ਕਰਜ਼ਾ ਮੁਕਤ? ਨਹੀਂ ਜੀ, ਉਹਨਾਂ ਨੇ 3 ਸਾਲ ਬੀਤ ਗਏ, ਹਜੇ ਤੱਕ ਕੁਛ ਨਹੀਂ ਕੀਤਾ। ਅਤੇ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਕਿਹਾ ਸੀ ਕਿ 15-15 ਲੱਖ ਰੁਪਏ ਮਤਲਬ ਕਿ ਬੈਂਕਾਂ 'ਚ ਪਾ ਦੇਵਾਂਗੇ, ਅਤੇ ਉਹਨਾਂ ਨੇ ਵੀ ਨਹੀਂ ਕੁਛ ਕੀਤਾ। ਅਤੇ ਉਹ ਚਾਹੁੰਦੇ ਨੇ ਕਿ ਕਿਸਾਨ ਥੱਲੇ ਦਬ ਕੇ ਰਹਿਣ। ਉਹ ਕਿਸਾਨਾਂ ਨੂੰ ਉੱਪਰ ਲਿਆਉਣਾ ਹੀ ਨਹੀਂ ਚਾਹੁੰਦੇ, ਤਾਂ ਕਿ ਕਿਸਾਨ ਉਹਨਾਂ ਦੇ ਬਰਾਬਰ ਨਾ ਹੋ ਜਾਣ ਅਤੇ ਉਹਨਾਂ ਦੇ ਵਿਰੁੱਧ ਆਵਾਜ਼ ਨਾ ਉਠਾ ਸਕਣ। ਬਿਲਕੁਲ ਜੀ, ਬਹੁਤ ਵਧੀਆ ਗੱਲ ਇਸ ਬੱਚੀ ਨੇ ਕੀਤੀ ਹੈ ਕਿ ਕਿਸਾਨ ਉਹਨਾਂ ਦੇ ਬਰਾਬਰ ਨਾ ਹੋ ਜਾਣ। ਕਿਸਾਨ ਕਦੇ ਲੀਡਰਾਂ ਨੂੰ ਸਵਾਲ ਨਾ ਕਰਨ ਲੱਗ ਜਾਣ। ਕਿਸਾਨਾਂ ਨੂੰ ਕਰਜ਼ਾ ਮੁਕਤੀ ਦਿਵਾਉਣਾ ਹੀ ਨਹੀਂ ਚਾਹੁੰਦੀ ਸਰਕਾਰ। ਇਸ ਧੀ ਦੀ ਗੱਲ ਮੰਨਣੀ ਆ। ਬਹੁਤ ਸੋਹਣੀਆਂ ਗੱਲਾਂ ਧੀ ਕਰਦੀ ਹੈ। ਇਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ, ਇਹਨਾਂ ਦੀ ਵੱਡੀ ਭੈਣ ਵੀ ਨਾਲ ਆ। ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਕੀ ਹੈ ਤੁਹਾਡਾ? ਸਰ, ਰਾਜਵੀਰ ਕੌਰ। ਤੁਹਾਡੀ ਭੈਣ ਬਹੁਤ ਸੋਹਣਾ ਕੰਮ ਕਰਦੀ ਹੈ, ਕਿ ਤੁਸੀਂ ਵੀ ਕਰਦੇ ਹੋ ਨਾਲ ਕਿ ਇਕੱਲੀ ਕੋਈ ਕਰਦੀ ਹੈ? ਨਹੀਂ ਸਰ, ਜ਼ਿਆਦਾ ਤੋਂ ਹੀ ਕਰਦੀ ਹੈ, ਪਰ ਅਸੀਂ ਉਹਦਾ ਸਹਿਯੋਗ ਦਿੰਦੇ ਹਾਂ ਹਰ ਕੰਮ 'ਚ ਹੀ। ਅੱਛਾ, ਕਿਸ ਤਰ੍ਹਾਂ ਤੁਸੀਂ ਨਾਲ ਖੇਤੀ ਕਰਾਉਂਦੇ ਹੋ, ਜਾਂਦੇ ਹੋ? ਹਾਂਜੀ ਸਰ, ਸਾਡੇ ਘਰ ਦੇ ਨਾਲ ਹੀ ਖੇਤ ਹੈ, ਅਸੀਂ ਉੱਥੇ ਉਹਦੀ ਪੂਰੀ ਹੈਲਪ ਕਰਾਉਂਦੇ ਹਾਂ। ਔਖਾ ਨਹੀਂ ਲੱਗਦਾ ਇੱਕ ਕੁੜੀ ਹੋ ਕੇ? ਕਹਿੰਦੇ ਕੁੜੀਆਂ ਤਾਂ ਘਰ ਦਾ ਕੰਮ ਕਰਦੀਆਂ। ਕੁੜੀਆਂ ਤਾਂ ਆਮ ਆਪੇ ਸੋਚਦੇ ਆ ਕਿ ਕੁੜੀਆਂ ਤਾਂ ਰੋਟੀਆਂ ਲਾਉਣ ਵਾਸਤੇ ਹੁੰਦੀਆਂ, ਕੁੜੀਆਂ ਤਾਂ ਗੋਹਾ ਕੂੜਾ ਕਰਨ ਨੂੰ ਹੁੰਦੀਆਂ, ਕੁੜੀਆਂ ਤਾਂ ਘਰ ਦਾ ਕੰਮ ਕਰਨ ਵਾਸਤੇ। ਕੁੜੀਆਂ ਖੇਤਾਂ ਦਾ ਕੰਮ ਕਰਦੀਆਂ। ਕੀ ਲੱਗਦਾ, ਕਿਵੇਂ, ਕੀ ਮਹਿਸੂਸ ਕੀ ਕਰਦੇ ਹੋ ਤੁਸੀਂ? ਇੱਕ ਮਰਦ ਦੀ ਤਰ੍ਹਾਂ, ਇੱਕ ਨੌਜਵਾਨਾਂ ਦੀ ਤਰ੍ਹਾਂ, ਮੁੰਡਿਆਂ ਦੀ ਤਰ੍ਹਾਂ ਖੇਤਾਂ 'ਚ ਕੰਮ ਕਰਦੇ ਹੋ, ਕੀ ਮਹਿਸੂਸ ਕਰਦੇ ਹੋ? ਸਰ, ਮੈਨੂੰ ਆਪਦੀ ਭੈਣ 'ਤੇ ਬਹੁਤ ਮਾਣ ਹੈ ਵੀ ਉਹ ਇੱਕ ਕੁੜੀ ਹੋ ਕੇ ਵੀ ਮੁੰਡਿਆਂ ਵਾਂਗ ਕੰਮ ਕਰਦੀ ਹੈ। ਕਿਸੇ ਗੱਲੋਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀ। ਇਸੇ ਤਰ੍ਹਾਂ ਹੀ ਬਾਕੀ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਹੀ ਕੰਮ ਕਰ ਸਕਦੀਆਂ ਨੇ, ਕਿਸੇ ਗੱਲੋਂ ਘੱਟ ਨਹੀਂ ਹੈਗੀਆਂ। ਅਤੇ ਮੰਨਿਆ ਵੀ ਘਰ ਦੇ ਕੰਮ ਕੁੜੀਆਂ ਕਰਦੀਆਂ ਨੇ, ਪਰ ਘਰ ਦੇ ਕੰਮਾਂ ਦੇ ਨਾਲ ਨਾਲ ਉਹ ਹੋਰ ਖੇਤਰਾਂ ਦੇ ਵਿੱਚ ਵੀ ਅੱਗੇ ਆ ਸਕਦੀਆਂ ਨੇ। ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਕੁੜੀਆਂ ਨੂੰ? ਤੁਸੀਂ ਬਹੁਤ ਵਧੀਆ ਜਿਹੜਾ ਕੰਮ ਕਰ ਰਹੇ ਹੋ,
ਬਹੁਤ ਤੁਹਾਡਾ ਸ਼ਲਾਘਾਯੋਗ ਕਦਮ ਹੈ, ਚੰਗਾ ਕਦਮ ਹੈ, ਤੁਸੀਂ ਆਪਣੇ ਫਾਦਰ ਸਾਹਿਬ ਦੇ ਨਾਲ ਸਪੋਰਟ ਕਰਦੇ ਹੋ। ਕਿਸ ਤਰ੍ਹਾਂ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ? ਕੁੜੀਆਂ ਡਰਦੀਆਂ ਰਹਿੰਦੀਆਂ ਆਮ ਤੌਰ 'ਤੇ, ਕਿਉਂਕਿ ਕਹਿੰਦੇ ਮੰਡੀਰ ਆ ਤੰਗ ਕਰਦੀ ਆ, ਮੁੰਡੇ ਤੰਗ ਕਰਦੇ ਆ, ਜਾਂ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਜਾਂ ਮਾਪਿਆਂ ਵੱਲੋਂ ਘਰ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾਂਦਾ। ਕਿਵੇਂ ਕਰਨਾ ਚਾਹੀਦਾ ਕੁੜੀਆਂ ਨੂੰ? ਕੰਮ ਕਿਵੇਂ ਕਰਨ? ਘਰ ਤੋਂ ਬਾਹਰ ਕਿਵੇਂ ਨਿਕਲਣ? ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਿਵੇਂ ਕਰਨ? ਸਰ ਕੁੜੀਆਂ ਨੂੰ ਮਤਲਬ ਕਿਸੇ ਗੱਲੋਂ ਵੀ ਡਰਨਾ ਨਹੀਂ ਚਾਹੀਦਾ ਜੀ। ਉਹ ਮੁੰਡੇ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਹੈਗੀਆਂ, ਅਤੇ ਬੇਲੜ ਮੁੰਡੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੇ ਜੀ। ਉਹਨਾਂ ਨੂੰ ਮਤਲਬ ਆਪਦੇ ਅੰਦਰ ਉਹਨਾਂ ਦੀ ਕਾਬਲੀਅਤ ਹੋਣੀ ਚਾਹੀਦੀ ਹੈ ਜੀ, ਵੀ ਉਹਨਾਂ ਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ। ਅਤੇ ਉਹ ਜਿਹੜੇ ਖੇਤਰ 'ਚ ਵੀ ਅੱਗੇ ਜਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਜਾਣਾ ਚਾਹੀਦਾ, ਅਤੇ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਵੀ ਉਹਨਾਂ ਦਾ ਪੂਰਾ ਸਹਿਯੋਗ ਕਰਨ। ਬਿਲਕੁਲ ਜੀ, ਮਾਪਿਆਂ ਨੂੰ ਚਾਹੀਦਾ ਕਿ ਪੂਰਾ ਸਹਿਯੋਗ ਕਰਨ। ਇਸ ਲੜਕੀ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਇਹ 3 ਧੀਆਂ ਨੇ, 3 ਭੈਣਾਂ ਨੇ, ਮਾਤਾ ਦੀ ਡੈਥ ਹੋ ਗਈ ਇਹਨਾਂ ਦੀ, ਅਤੇ ਫਿਰ ਪਿਤਾ ਦੇ ਨਾਲ ਸਹਾਰਾ ਬਣੀਆਂ। ਭਰਾ ਕੋਈ ਹੈ ਨਹੀਂ, ਬਾਪ ਦੇ ਨਾਲ ਜਿਹੜਾ ਮੋਢੇ ਦੇ ਨਾਲ ਮੋਢਾ ਲਾ ਕੇ ਇਹਨਾਂ ਨੇ ਖੇਤਾਂ 'ਚ ਕੰਮ ਕਰਨਾ ਸ਼ੁਰੂ ਕੀਤਾ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਹੋ? ਬਹੁਤ ਵਧੀਆ ਜੀ। ਤੁਹਾਡੀਆਂ ਧੀਆਂ ਤੁਹਾਡੇ ਨਾਲ ਕੰਮ ਕਰਦੀਆਂ, ਇਹ ਕਿੱਦਾਂ ਜਿਹੜਾ ਸਬੱਬ ਬਣਿਆ? ਕਿੱਦਾਂ ਖੇਤਾਂ 'ਚ ਕੰਮ ਕਰਨ ਲੱਗੀਆਂ ਧੀਆਂ ਫਿਰ? ਮੇਰੇ 3 ਲੜਕੀਆਂ ਨੇ ਜੀ। ਇਹ ਮੇਰੀ ਲੜਕੀ ਰਾਜਦੀਪ ਕੌਰ ਜੀ, ਇਹ ਸਾਨੂੰ ਕੰਮ ਕਰਦਿਆਂ ਨੂੰ ਦੇਖ ਕੇ ਜੀ, ਅਤੇ ਸਾਡੇ ਨਾਲ ਹੌਲੀ ਹੌਲੀ ਖੇਤਾਂ ਦੇ ਕੰਮ ਕਰਨ ਦਾ ਇਹਨੂੰ ਸ਼ੌਂਕ ਜਾਗਿਆ ਜੀ। ਅਤੇ ਉਸ ਤੋਂ ਬਾਅਦ ਇਹਨੂੰ ਹੌਲੀ ਹੌਲੀ ਫਸਲਾਂ ਦੀ ਆਪਣੀ ਬਿਜਾਈ, ਕਟਾਈ ਜੀ, ਅਤੇ ਟਰੈਕਟਰ ਚਲਾਉਣ ਦਾ ਸ਼ੌਂਕ ਪਿਆ ਜੀ ਇਹਨੂੰ। ਟਰੈਕਟਰ, ਕੰਬਾਈਨ ਅਤੇ ਸਾਰੇ ਸੰਦ ਉਹਨੂੰ ਖੇਤੀਬਾੜੀ ਵਾਲੇ ਚਲਾ ਲੈਂਦੇ ਆ। ਖੁਦ ਕਟਾਈ ਕਰ ਲੈਂਦੇ, ਬੀਜ ਲੈਂਦੀ ਹੈ, ਵਾਹ ਲੈਂਦੀ ਹੈ ਜੀ, ਅਤੇ ਸਪਰੇਅ ਕਰਦੀ ਹੈ ਜੀ, ਖਾਦ ਪਾਉਣਾ, ਜਿਵੇਂ ਹਰ ਤਰ੍ਹਾਂ ਦੇ ਕੰਮ ਕਰ ਲੈਂਦੀ, ਕੋਈ ਦਿੱਕਤ ਨਹੀਂ ਆਉਣ ਦਿੰਦੀ ਜੀ। ਵਧੀਆ ਲੱਗਦਾ ਜੀ ਮੈਨੂੰ। ਕਿਵੇਂ ਮੁਸ਼ਕਲਾਂ ਨਹੀਂ ਆਉਂਦੀਆਂ ਕਿ ਕੁੜੀ ਹੋ ਕੇ ਖੇਤਾਂ 'ਚ ਕੰਮ ਕਰਨਾ ਬੜਾ ਮੁਸ਼ਕਲ ਆ? ਕਿਉਂਕਿ ਜਿਹੜਾ ਅੱਜ ਕੱਲ੍ਹ ਜ਼ਮਾਨਾ ਕਹਿ ਲਈਏ, ਸਮਾਂ ਕਹਿ ਲਈਏ, ਬੜਾ ਮਾੜਾ ਚੱਲਦਾ, ਖਾਸ ਕਰਕੇ ਧੀਆਂ ਵਾਸਤੇ। ਨਹੀਂ ਜੀ, ਕੋਈ ਦਿੱਕਤ ਨਹੀਂ। ਥੋੜ੍ਹਾ ਜਿਹਾ ਬੱਚਿਆਂ 'ਚ ਹੌਸਲਾ ਚਾਹੀਦਾ ਜੀ। ਪਰ ਸਮਾਜ ਦੇ ਵਿੱਚ ਕੁੜੀਆਂ ਨੂੰ ਬਹੁਤ ਥੱਲੇ ਸਮਝਿਆ ਜਾਂਦਾ ਜੀ, ਵੀ ਮੁੰਡਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਜੀ। ਮੇਰੇ ਕੋਈ ਲੜਕਾ ਨਹੀਂ, ਪਰ ਮੈਨੂੰ ਮੇਰੀ ਬੇਟੀ ਨੇ ਕੋਈ ਕਿਸੇ ਗੱਲੋਂ ਕੋਈ ਘਾਟ ਨਹੀਂ ਆਉਣ ਦਿੱਤੀ ਜੀ। ਇਹ ਹਰ ਤਰ੍ਹਾਂ ਦਾ ਕੰਮ ਕਰਦੀ ਹੈ ਜੀ, ਅਤੇ ਮੈਨੂੰ ਨਹੀਂ ਲੱਗਦਾ ਵੀ ਕੁੜੀ ਮੁੰਡੇ 'ਚ ਕੋਈ ਫਰਕ ਸਮਝਣਾ ਚਾਹੀਦਾ ਹੈ। ਜਦੋਂ ਤਾਂ ਮੁੰਡਾ ਜੰਮਦਾ ਆਪਾਂ ਬਹੁਤ ਖੁਸ਼ੀਆਂ ਮਨਾਉਂਦੇ ਹਾਂ ਜੀ, ਬਹੁਤ ਆਪਾਂ ਜ਼ਿਆਦਾ ਵੱਡੇ ਪੱਧਰ ਤੱਕ ਉਹ ਕਰਦੇ ਹਾਂ ਜੀ। ਅਤੇ ਕੁੜੀ ਜੰਮਣ 'ਤੇ ਕੋਈ ਨਿੰਮ ਬੰਨ੍ਹਣ ਤੱਕ ਦੀ ਰਸਮ ਵੀ ਨਹੀਂ ਕੋਈ ਕਰਦਾ ਜੀ। ਅਤੇ ਕੋਈ ਮੰਨ ਲਓ ਜੀ, ਕੁੜੀਆਂ ਨੂੰ ਘੱਟ ਸਮਝਿਆ ਜਾਂਦਾ ਜੀ ਮੁੰਡਿਆਂ ਨੂੰ, ਪਰ ਇਸ ਤਰ੍ਹਾਂ ਦਾ ਨਹੀਂ ਚਾਹੀਦਾ ਜੀ। ਕੁੜੀ ਮੁੰਡੇ ਦਾ ਕੋਈ ਜੋ ਪ੍ਰਮਾਤਮਾ ਬਣੀ ਉਹਨਾਂ ਨੂੰ ਇੱਕ ਸਮਝਣਾ ਚਾਹੀਦਾ ਜੀ। ਮੈਨੂੰ ਨਹੀਂ ਲੱਗਦਾ ਵੀ ਕੁੜੀ ਮੁੰਡੇ 'ਚ ਕੋਈ ਫਰਕ ਸਮਝਣਾ। ਬਿਲਕੁਲ ਜੀ, ਕੁੜੀ ਮੁੰਡੇ 'ਚ ਕੋਈ ਫਰਕ ਨਹੀਂ। ਤੁਸੀਂ ਗੱਲ ਕੀਤੀ ਹੈ ਤੁਹਾਡੀਆਂ ਬੇਟੀਆਂ ਤੁਹਾਡੇ ਨਾਲ ਕੰਮ ਕਰਵਾਉਂਦੀਆਂ, ਫਿਰ ਤੁਹਾਡੇ ਪੁੱਤਰ ਹੈ ਨਹੀਂ, ਪੁੱਤਰ ਦਾ ਜਿਹੜਾ ਹੈਗਾ ਇਹ ਮੋਹ ਤੁਹਾਡਾ ਜਿਹੜਾ ਧੀਆਂ 'ਚ ਪੈ ਗਿਆ, ਇਹੀ ਪੁੱਤਰ ਆ, ਜਾਣੀ ਇਹੀ ਧੀਆਂ ਤੁਹਾਡੀਆਂ? ਹਾਂਜੀ, ਮੇਰੇ ਇਹੀ ਪੁੱਤਰ ਨੇ ਜੀ, ਅਤੇ ਇਹੀ ਮੇਰੇ ਵਾਸਤੇ ਸਭ ਕੁਛ ਨਹੀਂ ਲੱਗਦਾ ਜੀ। ਮੈਨੂੰ ਕੋਈ ਵੀ ਲੱਗਦਾ ਨਹੀਂ ਮੈਨੂੰ ਵੀ ਮੇਰੇ ਪੁੱਤਰ ਨਹੀਂ ਹੈਗਾ ਜੀ, ਅਤੇ ਸਾਰੇ ਕੰਮ ਕਰਦੀਆਂ ਨੇ ਜੀ, ਕੋਈ ਦਿੱਕਤ ਨਹੀਂ। ਪਰ ਸਮਾਜ ਦਾ ਥੋੜ੍ਹਾ ਨਜ਼ਰੀਆ ਕੁੜੀਆਂ ਪ੍ਰਤੀ ਬਦਲਣਾ ਚਾਹੀਦਾ ਜੀ। ਜਿਸ ਤਰ੍ਹਾਂ ਅੱਜ ਕੱਲ੍ਹ ਕੁੜੀਆਂ ਨਾਲ ਅਣਹੋਣੀਆਂ ਘਟਨਾਵਾਂ ਹੋ ਰਹੀਆਂ ਨੇ, ਦੇਖੋ ਜੀ, ਬਲਾਤਕਾਰ ਹੋ ਰਹੇ ਨੇ, ਕੁੜੀਆਂ ਦੇ ਤੇਜ਼ਾਬ ਸਿੱਟਿਆ ਜਾ ਰਿਹਾ ਜੀ, ਹੋਰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਬੱਚਿਆਂ ਨੂੰ ਜੀ। ਵੀ ਇਸ ਤਰ੍ਹਾਂ ਦੀ ਆਪਣੇ ਸਮਾਜ ਨੂੰ ਥੋੜ੍ਹਾ ਚਾਹੀਦਾ ਵੀ ਲੜਕੀਆਂ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ। ਤੁਹਾਡੀ ਵਾਈਫ ਦੀ ਡੈਥ ਹੋ ਗਈ, 3 ਧੀਆਂ, ਹਾਂਜੀ, ਕਿਤੇ ਮਨ ਜੇ ਦੇ ਵਿੱਚ ਇਸ ਤਰ੍ਹਾਂ ਦੁੱਖ ਜਿਹਾ ਨਹੀਂ ਲੱਗਿਆ ਵੀ ਬੰਦਾ ਟੁੱਟ ਜੇ ਜਾਂਦਾ ਵੀ ਇਹ ਕੀ ਹੋ ਗਿਆ, ਵੀ ਮੈਂ ਕਿਵੇਂ ਆਪਣੀਆਂ 3 ਧੀਆਂ ਨੂੰ ਸੰਭਾਲੂੰਗਾ, ਜਾਂ ਫਿਰ ਮੇਰੇ ਪੁੱਤਰ ਵੀ ਹੈ ਨਹੀਂ, ਮੈਂ ਕਿਵੇਂ ਕਰੂੰਗਾ ਸਾਰਾ? ਕਿਤੇ ਮਨ ਦੇ ਵਿੱਚ ਇਸ ਤਰ੍ਹਾਂ ਖਿਆਲ ਆਇਆ ਹੋਵੇ, ਜਾਂ ਧੀਆਂ ਨੂੰ ਕਿਤੇ ਹੌਸਲਾ ਦਿੱਤਾ ਹੋਵੇ, ਜਾਂ ਧੀਆਂ ਨੇ ਕਿਤੇ ਕਿਹਾ ਹੋਵੇ ਸਾਡੀ ਅੱਜ ਮਾਤਾ ਹੈ ਹੁੰਦੀ ਅਸੀਂ ਇਸ ਤਰ੍ਹਾਂ ਕਰ ਲੈਂਦੇ? ਬਿਲਕੁਲ ਜੀ, ਇੱਕ ਵਾਰ ਤਾਂ ਪਰਿਵਾਰ ਪੂਰਾ ਟੁੱਟ ਜਾਂਦਾ ਜੀ। ਦੇਖੋ, ਬੱਚੇ ਬਹੁਤ ਛੋਟੇ ਸੀ ਜੀ। ਇਹ ਰਾਜਦੀਪ ਕੌਰ ਸਿਰਫ 7 ਸਾਲ ਦੀ ਸੀ, ਉਹਨਾਂ ਦੀ ਮੰਮੀ ਦੀ ਡੈਥ ਹੋਈ ਹੈ ਜੀ, ਅਤੇ ਦੂਜੀ ਬੇਟੀ 1 ਸਾਲ ਦੀ ਸੀ ਜੀ, ਅਤੇ ਇੱਕ ਵੱਡੀ ਬੇਟੀ 10 ਸਾਲ ਦੀ ਸੀ। ਇੱਕ ਤਰ੍ਹਾਂ ਪਰਿਵਾਰ 'ਤੇ ਬਹੁਤ ਵੱਡੀ ਆਫਤ ਆਈ ਜੀ, ਅਤੇ ਉਸ ਤੋਂ ਵਿੱਚੋਂ ਲੰਘ ਕੇ ਕੋਈ ਇਹੋ ਜਿਹਾ ਸੰਘਰਸ਼ਮਈ ਜੀਵਨ 'ਚੋਂ ਮੈਨੂੰ ਕੋਈ ਇਸ ਤਰ੍ਹਾਂ ਲੱਗਿਆ ਜੀ, ਉਹਦੇ ਬੱਚਿਆਂ ਨੂੰ ਸਟਰੋਂਗ ਬਣਾਇਆ ਜਾਵੇ ਜੀ। ਤਾਂ ਉਸੇ ਦਾ ਕਾਰਨ ਜੀ ਸਾਨੂੰ ਇਹ ਲੱਗੇ ਵੀ ਹੁਣ ਸਾਨੂੰ ਆਪ ਹੀ ਸਾਰਾ ਕੁਛ ਕਰਨਾ ਪਊਗਾ ਜੀ। ਅਤੇ ਬੱਚਿਆਂ ਨੇ ਵੀ ਬਹੁਤ ਬਹਾਦਰੀ ਦਿਖਾਈ ਜੀ ਇਸ ਤਰ੍ਹਾਂ, ਅਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ। ਬਹੁਤ ਵੱਡੀ ਗੱਲ ਹੈ ਜੀ, ਤੁਸੀਂ ਧੀਆਂ ਨੂੰ ਖੇਤੀ 'ਚ ਲਾਇਆ। ਆਮ ਤੌਰ 'ਤੇ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਆ ਜਿਹੜੇ, ਸਾਰੇ ਨਹੀਂ ਮੈਂ ਕਹਿੰਦਾ, ਬਹੁਤ ਘੱਟ ਮੁੰਡੇ ਜਿਹੜੇ ਖੇਤੀ ਕਰਦੇ ਆ, ਪਰ ਤੁਸੀਂ ਧੀਆਂ ਨੂੰ ਜਿਹੜਾ ਲਾਇਆ, ਖੇਤੀ ਦੇ ਵਿੱਚ ਪਾਇਆ, ਕਿਵੇਂ ਜਿਹੜਾ ਸੋਚਦੇ ਹੋ ਔਰ ਕਿਵੇਂ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜਾ ਹੈਗਾ ਮੁੰਡਿਆਂ ਨੂੰ ਔਰ ਧੀਆਂ ਨੂੰ ਖੇਤਾਂ 'ਚ ਕੰਮ ਕਰਨਾ ਚਾਹੀਦਾ? ਪੜ੍ਹਾਈ ਦੇ ਨਾਲ ਨਾਲ ਆਪਾਂ ਨੂੰ ਬੱਚਿਆਂ ਨੂੰ, ਜਿਵੇਂ ਅੱਜ ਕੱਲ੍ਹ ਬੱਚੇ ਸੋਸ਼ਲ ਮੀਡੀਆ ਨਾਲ ਚਿੰਬੜੇ ਹੋਏ ਨੇ ਜੀ, ਜਾਂ ਲਾ ਲਓ ਜੀ ਆਪਾਂ
ਹੋਰ ਟੀਵੀ ਦਾ ਜ਼ਿਆਦਾ ਉਹ ਕਰਦੇ ਨੇ ਵੀ ਇਸ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਹੋਰ ਕੰਮ 'ਚ ਲਾਉਣਾ ਚਾਹੀਦਾ ਜੀ। ਆਪਾਂ ਬੱਚਿਆਂ ਨੂੰ ਕੁਝ ਦੱਸਾਂਗੇ ਨਹੀਂ ਜੀ ਆਪਣੇ ਵਿਰਸੇ ਬਾਰੇ ਵੀ ਆਪਾਂ ਇਸ ਤਰ੍ਹਾਂ ਖੇਤੀ ਕਰਦੇ ਹਾਂ ਜਾਂ ਇਹ ਕਰਦੇ ਹਾਂ ਤਾਂ ਇਹਨਾਂ ਨੂੰ ਖੁਦ ਨੂੰ ਜਾਣਕਾਰੀ ਵੀ ਨਹੀਂ ਹੁੰਦੀ। ਬੱਚਿਆਂ ਨੂੰ ਉਸ ਤਰ੍ਹਾਂ ਪ੍ਰੇਰਿਤ ਕਰਨਾ ਚਾਹੀਦਾ ਜੀ। ਮੰਨ ਲਓ ਖੇਤੀ ਦੇ ਕੰਮਾਂ ਵਾਸਤੇ ਕੋਈ ਆਪਣਾ ਜਿਹੜਾ ਜਿਸ ਤਰ੍ਹਾਂ ਦੇ ਵੀ ਆਪਾਂ ਵਿਹਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਕੰਮ ਵਾਸਤੇ ਪ੍ਰੇਰਨਾ ਚਾਹੀਦਾ ਜੀ। ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਕੁੜੀਆਂ ਮੁੰਡੇ ਬਾਹਰ ਜਾ ਰਹੇ ਨੇ ਜੀ। ਦੇਖੋ +2 ਤੋਂ ਬਾਅਦ ਸਾਰਾ ਸੁਪਨਾ ਜੀ ਬਾਹਰ ਜਾਣਾ ਜੀ ਆਪਾਂ। ਅਤੇ ਮੈਨੂੰ ਨਹੀਂ ਲੱਗਦਾ ਵੀ ਮੈਂ ਆਪਦੇ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਚਾਹੁੰਦਾ ਜੀ। ਇੱਥੇ ਹੀ ਮੈਂ ਆਪਦੇ ਬੱਚਿਆਂ ਨੂੰ ਸੈੱਟ ਕਰਕੇ ਮੈਨੂੰ ਲੱਗਦਾ ਵੀ ਜਿਹਨੇ ਕੰਮ ਕਰਨਾ ਤਾਂ ਉਹਦੀ ਇੱਥੇ ਵੀ ਕੈਨੇਡਾ ਹੀ ਹੈ ਜੀ। ਤੁਹਾਡੇ ਕੋਲ ਜ਼ਮੀਨ ਕਿੰਨੀ ਹੈ ਜੀ? ਜ਼ਮੀਨ ਮੇਰੇ ਕੋਲ 12 ਏਕੜ ਜ਼ਮੀਨ ਹੈ ਜੀ। ਆਪਣੀ ਜ਼ਮੀਨ ਕਰਦੇ ਹੋ ਨਾਲ ਠੇਕੇ 'ਤੇ ਵੀ ਰੱਖਦੇ ਹੋ? ਇੰਨਾ ਹੀ ਜੀ ਆਪਣੀ ਕਰਦੇ ਹਾਂ ਜੀ। ਤੇ ਹੋਰ ਤੁਸੀਂ ਜਿਹੜੀ ਮਸ਼ੀਨ ਰੱਖੀ ਆ ਤੁਹਾਡੇ ਕੋਲ 2 ਮਸ਼ੀਨਾਂ ਵੀ, ਕੰਬਾਈਨਾਂ ਵੀ ਆ, ਟਰੈਕਟਰ ਵੀ ਆ, ਸਾਰਾ ਕੁਝ ਚਲਾ ਲੈਂਦੀ ਆ ਬੇਟੀ ਫਿਰ? ਹਾਂਜੀ, ਸਭ ਕੁਝ ਚਲਾਉਂਦੀ ਹੈ ਜੀ ਇਹ। ਜਦੋਂ ਇਹਦੇ ਕੋਲੇ ਸਮਾਂ ਬਚ ਰਿਹਾ ਸਕੂਲ ਦਾ ਕੰਮ ਕਰਕੇ ਤਾਂ ਇਹ ਖੇਤਾਂ ਦੇ ਵਿੱਚ ਹੀ ਲਾਉਂਦੀ ਹੈ ਜੀ। ਮੰਨ ਲਓ ਜਦੋਂ ਸੀਜ਼ਨ ਵੇਲੇ ਕੰਬਾਈਨ 'ਤੇ ਵੀ ਜਾਂਦੀ ਹੈ ਜੀ, ਕੰਪਿਊਟਰ ਕਰਾਹ ਚਲਾਉਂਦੀ ਹੈ ਜੀ, ਲੇਜ਼ਰ ਕਰਾਹਾ ਉਹ ਵੀ ਚਲਾਉਂਦੀ ਹੈ ਜੀ ਇਹ। ਅਤੇ ਕੋਈ ਦਿੱਕਤ ਨਹੀਂ, ਵਾਹੁਣਾ ਵੀ ਸਾਰਾ ਦਿਨ ਜਿਹੜਾ ਵੀ ਕੰਮ ਹੁੰਦਾ ਇਹ ਕਰਦੀ ਹੈ ਜੀ। ਬਹੁਤ ਵਧੀਆ ਜੀ। ਤਾਂ ਪੰਜਾਬ ਦੀਆਂ ਹੋਰ ਧੀਆਂ ਨੂੰ ਕਿਵੇਂ ਜਿਹੜਾ ਉਹਨਾਂ ਨੂੰ ਹੌਸਲਾ ਅਫਜ਼ਾਈ ਜਾਂ ਉਹਨਾਂ ਨੂੰ ਦਲੇਰ ਬਣਾਉਣ ਵਾਸਤੇ ਜਾਂ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਕੀ ਕਹੋਗੇ ਕਿ ਉਹਨਾਂ ਨੂੰ ਜਿਹੜਾ ਮਾਪਿਆਂ ਦੇ ਨਾਲ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ? ਕਿਸ ਤਰ੍ਹਾਂ ਉਹ ਧੀਆਂ ਅਗਾਂਹ ਵਧਣ, ਕਿਸ ਤਰ੍ਹਾਂ ਮਾਪਿਆਂ ਦੇ ਨਾਲ ਸਹਿਯੋਗ ਕਰਨ? ਮੈਂ ਕੁੜੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਜੀ ਵੀ ਉਹ ਵੀ ਹਰ ਖੇਤਰ ਦੇ ਵਿੱਚ ਅੱਗੇ ਜਾ ਸਕਦੀਆਂ ਨੇ ਜੀ। ਉਹ ਵੀ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕਦੀਆਂ ਨੇ ਜੀ। ਅਤੇ ਉਹਨਾਂ ਨੂੰ ਵੀ ਕਿਸੇ ਗੱਲੋਂ ਕੋਈ ਇਹ ਨਹੀਂ ਸਮਝਣਾ ਚਾਹੀਦਾ ਵੀ ਅਸੀਂ ਕੁੜੀਆਂ ਜੀ। ਅਤੇ ਆਪਣੇ ਮਾਪਿਆਂ ਨਾਲ ਸਹਿਯੋਗ ਦੇਣਾ ਚਾਹੀਦਾ ਜੀ। ਅਤੇ ਮਾਪਿਆਂ ਨੂੰ ਵੀ ਕੁੜੀਆਂ ਨੂੰ ਕੁੜੀਆਂ ਹੀ ਸਮਝ ਕੇ ਨਹੀਂ ਰੱਖਣਾ ਚਾਹੀਦਾ ਜੀ। ਉਹਨਾਂ ਨੂੰ ਥੋੜ੍ਹਾ ਜਿਹਾ ਮੁੰਡਿਆਂ ਦੀ ਤਰ੍ਹਾਂ ਹੌਸਲਾ ਦੇਣਾ ਚਾਹੀਦਾ ਜੀ। ਅੱਜ ਕੱਲ੍ਹ ਇਹ ਨਹੀਂ ਵੀ ਆਪਾਂ ਮੁੰਡੇ ਸਾਰੇ ਨਹੀਂ ਮਾੜੇ ਜੀ। ਅੱਜ ਕੱਲ੍ਹ ਮੁੰਡੇ ਵੱਲੋਂ ਨਸ਼ਿਆਂ ਵੱਲ ਜਾ ਰਹੇ ਨੇ, ਕੁੜੀਆਂ 'ਚ ਇਸ ਤਰ੍ਹਾਂ ਦੀ ਵੀ ਆਪਾਂ ਨੂੰ ਕੋਈ ਹੈ ਨਹੀਂ ਜੀ। ਵੀ ਆਪਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਜੀ। ਅਤੇ ਕੁੜੀਆਂ ਨੂੰ ਥੋੜ੍ਹਾ ਜਿਹਾ ਹੌਸਲੇ ਨਾਲ ਅੱਗੇ ਵਧਣ ਦੇਣਾ ਚਾਹੀਦਾ ਜੀ। ਬਿਲਕੁਲ ਜੀ ਦਰਸ਼ਕੋ, ਬਾਈ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਕਿ ਧੀਆਂ ਨੂੰ ਵੀ ਪੁੱਤਰਾਂ ਵਾਂਗ ਸਮਝਣਾ ਚਾਹੀਦਾ, ਧੀਆਂ ਨੂੰ ਵੀ ਖੇਤਾਂ 'ਚ ਕੰਮ ਲਾਉਣਾ ਚਾਹੀਦਾ, ਮਾਪਿਆਂ ਨੂੰ ਵੀ ਆਪਣਾ ਫਰਜ਼ ਤੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਆਪਣੇ ਮਾਪਿਆਂ ਦਾ ਸਹਾਰਾ ਬਣੀਏ। ਬਹੁਤ ਸੋਹਣਾ ਕੰਮ ਧੀ ਜਿਹੜਾ ਕਰ ਰਹੀ ਹੈ ਖੇਤਾਂ ਦੇ ਵਿੱਚ, ਆਪਣੇ ਬਾਪ ਦੇ ਨਾਲ ਜਿਹੜਾ ਕੰਮ ਕਰਵਾ ਰਹੀ ਹੈ। ਹਲ ਵਾਹੁੰਦੀ ਆ, ਟਰੈਕਟਰ ਚਲਾਉਂਦੀ ਆ, ਮਸ਼ੀਨ ਚਲਾਉਂਦੀ ਆ ਔਰ ਸਾਰਾ ਕੰਮ ਖੇਤੀ ਦਾ ਨਾਲ ਕਰਵਾਉਂਦੀ ਹੈ। ਸਬਜ਼ੀ ਲਾਉਂਦੀ ਆ, ਗੁੱਡ ਗਡਾਈ ਕਰਦੀ ਆ, ਰੇਹ ਸਪਰੇ ਪਾਉਂਦੀ ਆ, ਹਰਾ ਚਾਰਾ ਪੱਠੇ ਵੱਢਦੀ ਆ, ਸਾਰਾ ਕੰਮ ਜਿਹੜਾ ਆਪਣੇ ਬਾਪ ਦੇ ਨਾਲ ਧੀ ਕਰਵਾਉਂਦੀ ਹੈ। ਦੂਸਰੀ ਧੀ ਵੀ ਨਾਲ ਲੱਗਦੀ ਆ, ਹਾਲਾਂਕਿ ਉਹਦੀ ਪੜ੍ਹਾਈ ਚੱਲ ਰਹੀ ਆ, ਵੈਸੇ ਇਹ ਧੀ ਵੀ ਪੜ੍ਹ ਰਹੀ ਆ। ਬਹੁਤ ਸੋਹਣੀਆਂ ਗੱਲਾਂ ਇਸ ਧੀ ਨੇ ਕੀਤੀਆਂ। ਉਮੀਦ ਕਰਦੇ ਹਾਂ ਇਸ ਧੀ ਦੀ ਖਾਸ ਸਟੋਰੀ ਔਰ ਗੱਲਬਾਤ ਦੇਖਣ ਸੁਣਨ ਤੋਂ ਬਾਅਦ ਪੰਜਾਬ ਦੀਆਂ ਹੋਰ ਧੀਆਂ ਵੀ ਹੌਸਲਾ ਕਰਕੇ ਆਪਣੇ ਮਾਪਿਆਂ ਦੇ ਨਾਲ ਇਸ ਤਰ੍ਹਾਂ ਖੇਤੀ ਦੇ ਵਿੱਚ ਜਾਂ ਜੋ ਉਹਨਾਂ ਦਾ ਪੁਰਖਿਆਂ ਦਾ ਕਿੱਤਾ ਆਪਣੇ ਮਾਪਿਆਂ ਦੇ ਨਾਲ ਹੱਥ ਜ਼ਰੂਰ ਵਟਾਉਣਗੀਆਂ। ਉਮੀਦ ਕਰਦੇ ਹਾਂ ਅੱਜ ਦੀ ਖਾਸ ਪੇਸ਼ਕਸ਼ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਕਿਸੇ ਖਾਸ ਪਿੰਡ ਤੁਹਾਨੂੰ ਲੈ ਕੇ ਚੱਲਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।